ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਪ੍ਰਹਿਲਾਦ ਜੀ। ਕਰ ਹਰਣਾਕਸ਼ ਦੈਂਤ ਦੇਈ ਕੱਲਰ ਕਬਲ ਭਗਤ ਪ੍ਰਹਿਲਾਦ। ਪੜਨ ਪਠਾਇਆ 4 ਸਾਲ ਪਾਂਧੈ ਚਿਤ ਹੁਆ ਅਹਿਲਾਦ। ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ। ਭਗਤ ਕਰਨ ਸਭ ਚਾਟੜੈ ਪਾਂਦੇ ਹੋਏ ਰਹੇ ਵਿਸਮਾਦ। ਰਾਜੇ ਪਾਸ ਰੁਆਇਆ ਦੋਖੀ ਦੈਂਤ ਵਧਾਇਆ ਵਾਦ। ਜਲ ਅਗਨੀ ਵਿੱਚ ਘਤਿਆ ਜਲੈ ਨ ਡੂਬੈ ਗੁਰ ਪ੍ਰਸਾਦ। ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ। ਥਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ। ਬੇਮੁਖ ਪਕੜ ਪਛਾੜਿਆਨ ਸੰਤ ਸਹਾਈ ਯਾਦ ਜੁਗਾਦ। ਜੈ ਜੈਕਾਰ ਕਰਨ ਬ੍ਰਹਮਾਦ। ਜੈ ਜੈਕਾਰ ਕਰਨ ਬ੍ਰਹਮਾਦ। ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਵਿੱਚ ਸਤਜੁਗ ਦੇ ਏਸ ਭਗਤ ਪ੍ਰਹਿਲਾਦ ਜੀ ਬਾਬਤ ਬਚਨ ਕਰਦੇ ਨੇ ਕਿ ਹਰਣਾਕਸ਼ ਦੈਂਤ ਦੇ ਕਲਰ ਰੂਪੀ ਘਰ ਵਿੱਚ ਭਗਤੀ ਤੋਂ ਹੀਣੇ ਭਗਤੀ ਤੋਂ ਸਖਣੇ ਘਰ ਵਿੱਚ ਪ੍ਰਹਿਲਾਦ ਭਗਤ ਕਮਲ ਰੂਪ ਵਿੱਚ ਪੈਦਾ ਹੋਇਆ। ਪਿਓ ਨੇ ਪਾਠਸ਼ਾਲਾ ਵਿੱਚ ਪੜ੍ਹਨ ਨੂੰ ਘੱਲਿਆ। ਪਾਂਧੇ ਦੇ ਮਨ ਆਨੰਦ ਹੋਇਆ ਇਸ ਲਈ ਕਿ ਰਾਜਕੁਮਾਰ ਉਸ ਦਾ ਚੇਲਾ ਬਣਿਆ। ਪ੍ਰਹਿਲਾਦ ਜੀ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਸਿਮਰਨਾ ਆਰੰਭ ਹੋਇਆ ਅਤੇ ਉਹ ਪਰਮੇਸ਼ਰ ਦੇ ਇਸ ਨਾਮ ਨੂੰ ਇੱਕ ਰਸ ਧੁਨੀ ਕਰਕੇ ਗਾਉਣ ਲੱਗੇ। ਸਾਰੇ ਬਾਕੀ ਸ਼ਾਗਿਰਦ ਵੀ ਭਗਤੀ ਕਰਨ ਲੱਗੇ। ਪਾਂਧੇ ਦੇਖ ਕੇ ਹੱਕੇ ਬੱਕੇ ਰਹਿ ਗਏ। ਰਾਜੇ ਪਾਸ ਉਸ ਪਾਂਧੇ ਨੇ ਪੁਕਾਰ ਕੀਤੀ ਕਿ ਪ੍ਰਹਿਲਾਦ ਪਰਮੇਸ਼ਰ ਦਾ ਉਪਾਸ਼ਕ ਹੈ ਅਤੇ ਉਸ ਨੂੰ ਆਪਣੇ ਤੌਰ ਤੇ ਪਰਮੇਸ਼ਰ ਦੀ ਉਪਾਸ਼ਨਾ ਛੱਡ ਕੇ ਉਸ ਵੱਲੋਂ ਦੱਸੇ ਨਾਮ ਨੂੰ ਜਪਣ ਲਈ ਜੋ ਉਪਦੇਸ਼ ਦਿੱਤਾ ਸੀ, ਪਰ ਭਗਤ ਜੀ ਨੇ ਉਸ ਦਾ ਅਭਾਵ ਕਰ ਦਿੱਤਾ, ਤਿਆਗ ਕਰ ਦਿੱਤਾ। ਇਸ ਤੋਂ ਦੋਖੀ ਦੈਂਤ ਨੇ ਵੱਡਾ ਝਗੜਾ ਵਧਾ ਲਿਆ ਅਤੇ ਪਾਣੀ ਤੇ ਅੱਗ ਵਿੱਚ ਸੁੱਟਿਆ, ਪਰੰਤੂ ਗੁਰੂ ਦੀ ਕਿਰਪਾ ਨਾਲ ਅੱਗ ਨੇ ਵੀ ਭਗਤ ਜੀ ਨੂੰ ਨਾ ਸਾੜਿਆ ਤੇ ਪਾਣੀ ਨੇ ਨਾ ਡੁੱਬਿਆ। ਉਧਰ ਪੁੱਤਰ ਨੂੰ ਪਰਮੇਸ਼ਰ ਦੀ ਭਗਤੀ ਤੋਂ ਥੜਕਾਉਣ ਵਾਸਤੇ ਪਿਓ ਨੇ ਤਲਵਾਰ ਕੱਢ ਕੇ ਪੁੱਛਿਆ ਕਿ ਤੇਰਾ ਕੌਣ ਗੁਰੂ ਹੈ। ਤਦੋਂ ਥੰਮ ਨੂੰ ਪਾੜ ਕੇ ਨਰਸਿੰਘ ਰੂਪ ਅਨੂਪ ਸ਼ਬਦ ਵਾਲੇ ਪ੍ਰਗਟ ਹੋਏ। ਬੇਮੁਖ ਹਰਣਾਕਸ਼ ਨੂੰ ਧਰਤੀ ਪਰ ਪਟਕਾ ਦਿੱਤਾ। ਸੰਤਾਂ ਦੀ ਸਹਾਇਤਾ ਸਦਾ ਤੋਂ ਹੁੰਦੀ ਆਈ ਹੈ। ਬ੍ਰਹਮਾਦ ਵੀ ਇਸ ਹਾਲ ਪਾਰ ਜੈ ਜੈਕਾਰ ਕਰ ਉੱਠੇ। ਭਾਵ ਮੁਲਤਾਨ ਦਾ ਨਾਸਤਕ ਰਾਜਾ ਹਰਣਾਕਸ਼ ਤੇ ਉਸ ਦਾ ਭਰਾ ਹਿਰਣਕਸ਼ਪ ਪਰਮੇਸ਼ਰ ਤੋਂ ਮੁਨਕਰ ਸਨ ਔਰ ਨਿਜ ਨੂੰ ਹੀ ਪਰਮੇਸ਼ਰ ਆਖਦੇ ਸਨ, ਆਪਣੇ ਆਪ ਨੂੰ ਹੀ ਪ੍ਰਮਾਤਮਾ ਅਖਵਾਉਂਦੇ ਸਨ। ਸਾਰੀ ਪ੍ਰਜਾ ਨੂੰ ਜ਼ੁਲਮ ਨਾਲ ਨਾਸਤਕ ਬਣਾਉਂਦੇ ਸਨ, ਪਰ ਹਰਣਾਕਸ਼ ਦਾ ਆਪਣਾ ਪੁੱਤਰ ਹੀ ਪਰਮੇਸ਼ਰ ਦਾ ਭਗਤ ਨਿਕਲ ਆਇਆ। ਉਸ ਨੂੰ ਨਾਨਾ ਪ੍ਰਕਾਰ ਦੇ ਭਿਆਨਕ ਕਸ਼ਟ ਦਿੱਤੇ ਗਏ ਕਿ ਆਪਣੇ ਭਰੋਸੇ ਤੋਂ ਟਲੇ, ਪਰ ਉਹ ਸਿੱਧ ਅਵਸਥਾ ਨੂੰ ਪਹੁੰਚਾ ਬਾਲਕ ਨਾ ਟਲਿਆ। ਉਸ ਦੇ ਸਿਦਕ ਦਾ ਇਹ ਫਲ ਹੋਇਆ ਕਿ ਹਰਣਾਕਸ਼ ਨੂੰ ਜਾਨ ਦੇਣੀ ਪਈ ਤੇ ਪ੍ਰਜਾ ਸੁਖੀ ਹੋਈ। ਪਰਮੇਸ਼ਰ ਪਰ ਦ੍ਰਿੜ ਭਰੋਸਾ ਔਰ ਉਸ ਨੂੰ ਹਾਜ਼ਰ ਨਾਜ਼ਰ ਜਾਣਨਾ ਪੁਰਾਤਨ ਭਗਤਾਂ ਵਿੱਚ ਪ੍ਰਹਿਲਾਦ ਨੂੰ ਬੜਾ ਹੀ ਉੱਚਾ ਦਰਜਾ ਨਸੀਬ ਸੀ। ਇਹੋ ਇਸ ਪੌੜੀ ਦਾ ਭਾਵ ਹੈ ਕਿ ਆਪਣੇ ਸਿਰਜਣਹਾਰ ਨੂੰ ਐਸਾ ਹਾਜ਼ਰ ਨਾਜ਼ਰ ਦੇਖੋ ਕਿ ਸੰਸੇ ਬਿਰਤੀ ਦਾ ਮੁਸ਼ਕ ਭਰ ਵੀ ਨਾ ਰਹੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਗਤ ਹੇਤ ਮਾਰਿਓ ਹਰਣਾਕਸ਼ ਨਰਸਿੰਘ ਰੂਪ ਹੋਏ ਦੇ ਤਰੇ। ਮੁਲਤਾਨ ਦੇ ਰਾਜਾ ਹਰਣਾਕਸ਼ ਦੇ ਘਰ ਪ੍ਰਹਿਲਾਦ ਦਾ ਜਨਮ ਹੋਇਆ। ਦੈਂਤ ਬਿਰਤੀ ਵਾਲੇ ਭਾਵ ਕਲਰ ਰੂਪ ਸਖਤ ਹਿਰਦੇ ਵਾਲੇ ਹਰਣਾਕਸ਼ ਦੇ ਘਰ ਕਮਲ ਫੁੱਲ ਦੀ ਨਿਆਈ ਭਗਤ ਪ੍ਰਹਿਲਾਦ ਜੀ ਪ੍ਰਗਟ ਹੋਏ। ਹਰਣਾਕਸ਼ ਦੇ ਦੂਸਰੇ ਭਰਾ ਦਾ ਨਾਮ ਹਿਰਣਕਸ਼ਪ ਸੀ। ਦੋਵੇਂ ਭਰਾ ਰੱਬ ਵੱਲੋਂ ਨਾਸਤਕ ਸਨ। ਪ੍ਰਹਿਲਾਦ ਦੀ ਭੂਆ ਦਾ ਨਾਮ ਹੋਲਕਾ ਸੀ, ਜਿਸ ਨੇ ਸ਼ਿਵਜੀ ਪਾਸੋਂ ਅੱਗ ਵਿੱਚ ਨਾ ਸੜਨ ਦਾ ਵਰ ਪ੍ਰਾਪਤ ਕੀਤਾ ਹੋਇਆ ਸੀ। ਅਤੇ
ਪੁਰਾਤਨ ਗ੍ਰੰਥਾਂ ਦੇ ਹਵਾਲੇ ਅਨੁਸਾਰ ਮਾਤਾ ਦੇ ਗਰਭ ਸਮੇਂ ਹੀ ਨਾਰਦ ਜੀ ਨੇ ਰਾਮ ਨਾਮ ਇਸ ਭਗਤ ਨੂੰ ਦ੍ਰਿੜ ਕਰਵਾ ਦਿੱਤਾ ਸੀ। ਬ੍ਰਹਮਾ ਦੇ ਪੁੱਤਰ ਕਸ਼ਪ ਦੇ ਗ੍ਰਹਿ ਦੋ ਬਾਲਕ ਹਿਰਣਕਸ਼ਪ ਤੇ ਹਰਨਾਕਸ਼ ਜਨਮੇ। ਦੋਵੇਂ ਬੜੇ ਦਲੇਰ ਅਤੇ ਬਹਾਦਰ ਨਿਕਲੇ, ਪਰ ਦੋਵਾਂ ਦਾ ਸੁਭਾਅ ਦੈਂਤਾਂ ਵਾਲਾ ਸੀ। ਹਿਰਣਕਸ਼ਪ ਯੁੱਧ ਕਰਦੇ ਸਮੇਂ ਵਰਾ, ਜਿਸ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ, ਉਸ ਪਾਸੋਂ ਮਾਰਿਆ ਗਿਆ। ਹਰਨਾਕਸ਼ ਡਰਦਾ ਪਹਾੜ ਦੀਆਂ ਕੁੰਦਰਾਂ ਵਿੱਚ ਸਮਾਧੀ ਲਾ ਕੇ ਬ੍ਰਹਮਾ ਜੀ ਦਾ ਤਪ ਕਰਨ ਲੱਗਾ। ਪਿੱਛੋਂ ਇੰਦਰ ਨੇ ਹਰਨਾਕਸ਼ ਦਾ ਸਾਰਾ ਸ਼ਹਿਰ ਲੁੱਟ ਲਿਆ। ਬਹੁਤ ਸਾਰੇ ਰਾਖਸ਼ ਮਾਰ ਦਿੱਤੇ ਅਤੇ ਹਰਨਾਕਸ਼ ਦੀ ਪਤਨੀ ਕਿਆਦੂ ਨੂੰ ਵੀ ਬੰਨ ਕੇ ਨਾਲ ਲੈ ਤੁਰਿਆ। ਰਸਤੇ ਵਿੱਚ ਨਾਰਦ ਜੀ ਮਿਲੇ। ਉਹਨਾਂ ਆਖਿਆ ਕਿ ਇਸ ਇਸਤਰੀ ਦੇ ਗਰਭ ਵਿੱਚ ਇੱਕ ਬਹੁਤ ਵੱਡਾ ਅੰਤਰਜਾਮੀ ਭਗਤ ਪੈਦਾ ਹੋਵੇਗਾ, ਜਿਹੜਾ ਸਭ ਦੇਵਤਿਆਂ ਭਾਵ ਨੇਕ ਪੁਰਸ਼ਾਂ ਦੀ ਰੱਖਿਆ ਕਰੇਗਾ। ਇਹ ਕਹਿਣ ਤੇ ਹਰਨਾਕਸ਼ ਦੀ ਪਤਨੀ ਇੰਦਰ ਨੇ ਨਾਰਦ ਨੂੰ ਸੌਂਪ ਦਿੱਤੀ, ਜਿਸ ਨੂੰ ਆਦਰ ਮਾਣ ਨਾਲ ਨਾਰਦ ਨੇ ਆਪਣੇ ਆਸ਼ਰਮ ਵਿੱਚ ਰੱਖਿਆ ਅਤੇ ਭਗਵਾਨ ਜੀ ਦੇ ਨਾਮ ਸਿਮਰਨ ਵਾਲੀਆਂ ਸਾਖੀਆਂ ਸੁਣਾਉਂਦੇ ਰਹੇ, ਜਿਨ੍ਹਾਂ ਦਾ ਪ੍ਰਤੱਖ ਪ੍ਰਭਾਵ ਪ੍ਰਹਿਲਾਦ ਜੀ ਤੇ ਪਿਆ। ਪ੍ਰਹਿਲਾਦ ਜੀ ਦਾ ਜਨਮ ਵੀ ਨਾਰਦ ਜੀ ਦੇ ਆਸ਼ਰਮ ਵਿੱਚ ਹੀ ਹੋਇਆ ਦੱਸਿਆ ਜਾਂਦਾ ਹੈ। ਹੇ ਮੇਰੀ ਆਤਮਾ, ਵੇਖ, ਉਧਰ ਹਰਨਾਕਸ਼ ਦੇ ਤਪ ਕਰਨ ਪਰ ਬ੍ਰਹਮਾ ਜੀ ਪ੍ਰਸੰਨ ਹੋ ਗਏ। ਹਰਨਾਕਸ਼ ਨੇ ਬ੍ਰਹਮਾ ਪਾਸੋਂ ਵਰ ਮੰਗ ਲਿਆ ਕਿ ਮੈਂ ਨਾ ਤਾਂ ਕਿਸੇ ਸ਼ਸਤਰ ਨਾਲ ਮਰਾਂ, ਨਾ ਘਰ ਦੇ ਅੰਦਰ ਮਰਾਂ, ਨਾ ਬਾਹਰ, ਨਾ ਧਰਤੀ, ਨਾ ਆਕਾਸ਼ ਵਿੱਚ ਮਰਾਂ, ਅਤੇ ਨਾ ਹੀ 84 ਲੱਖ ਜੂਨ ਵਿੱਚੋਂ ਕੋਈ ਮੈਨੂੰ ਮਾਰ ਸਕੇ। ਬ੍ਰਹਮਾ ਪਾਸੋਂ ਵਰ ਪ੍ਰਾਪਤ ਕਰਕੇ ਵਾਪਸ ਉਹ ਆਪਣੇ ਨਗਰ ਪੁੱਜਾ। ਨਾਰਦ ਜੀ ਨੇ ਹਰਨਾਕਸ਼ ਦੀ ਪਤਨੀ ਅਤੇ ਪੁੱਤਰ ਪ੍ਰਹਿਲਾਦ ਨੂੰ ਬੜੇ ਪਿਆਰ ਨਾਲ ਹਰਨਾਕਸ਼ ਪਾਸ ਪਹੁੰਚਾ ਦਿੱਤਾ। ਹਰਨਾਕਸ਼ ਨੇ ਬਾਕੀ ਦੈਂਤ ਇਕੱਠੇ ਕਰਕੇ ਇੰਦਰ ਨੂੰ ਜਿੱਤ ਲਿਆ। ਉਸ ਦਾ ਰਾਜ ਖੋਹ ਕੇ ਆਪਣੇ ਨੌਕਰ ਨੂੰ ਸੌਂਪ ਦਿੱਤਾ। ਸਭ ਦੇਵਤੇ ਡਰਦੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਛੁਪੇ। ਕੋਈ ਵੀ ਹਰਨਾਕਸ਼ ਨਾਲ ਟੱਕਰ ਲੈਣ ਵਾਲਾ ਨਾ ਰਿਹਾ। ਤਾਕਤ ਦੇ ਘੁਮੰਡ ਨੇ ਹਰਨਾਕਸ਼ ਨੂੰ ਹੰਕਾਰੀ ਬਣਾ ਦਿੱਤਾ, ਇੱਥੋਂ ਤੱਕ ਕਿ ਉਹ ਰੱਬੀ ਹਸਤੀ ਤੋਂ ਬਿਲਕੁਲ ਹੀ ਮੁਨਕਰ ਹੋ ਗਿਆ। ਉਸ ਨੇ ਆਪਣੇ ਰਾਜ ਵਿੱਚ ਐਲਾਨ ਕੀਤਾ ਕਿ ਮੈਂ ਹੀ ਈਸ਼ਵਰ ਹਾਂ, ਹੋਰ ਕੋਈ ਨਹੀਂ, ਸਾਰੇ ਮੇਰਾ ਨਾਮ ਜਪੋ। ਇਸ ਕੰਮ ਦੀ ਪੂਰਤੀ ਲਈ ਉਸਨੇ ਅਧਿਆਪਕ ਵੀ ਰੱਖ ਲਏ। ਜਿਹੜਾ ਮਨੁੱਖ ਪਰਮੇਸ਼ਰ ਜੀ ਦਾ ਨਾਮ ਜਪਦਾ, ਉਸ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ। ਗਊ, ਗਰੀਬ, ਬ੍ਰਾਹਮਣ, ਦੇਵਤੇ ਸਭਨਾਂ ਨੂੰ ਦੁਖੀ ਕਰਨਾ ਆਰੰਭ ਕਰ ਦਿੱਤਾ। ਰਾਖਸ਼ਾਂ ਨੂੰ ਮਨ ਭਾਉਂਦੇ ਫਲ ਦਿੱਤੇ। ਉਹ ਹੋਰ ਵੀ ਹੰਕਾਰੀ ਬਣ ਬੈਠੇ। ਪਰ ਹਰਜੂ ਹੰਕਾਰ ਨਾ ਭਾਵਈ ਦੇ ਮਹਾਵਾਕ ਅਨੁਸਾਰ ਹਰਨਾਕਸ਼, ਜਿਸ ਦਾ ਹਿਰਦਾ ਕਲਰ ਵਾਂਗੂ ਬੰਜਰ ਹੋ ਚੁੱਕਾ ਸੀ, ਜਿਸ ਵਿੱਚ ਰਾਮ ਨਾਮ ਦਾ ਅਭਾਵ ਸੀ, ਸਖਣਾ ਸੀ ਰਾਮ ਨਾਮ ਦੇ ਨਾਮ ਤੋਂ, ਸਿਮਰਨ ਤੋਂ ਖਾਲੀ ਹੋਣ ਕਾਰਨ ਕੂੜ, ਕਪਟ, ਹੰਕਾਰ ਦਾ ਜਿਸ ਵਿੱਚ ਵਾਸਾ ਹੋ ਚੁੱਕਾ ਸੀ, ਅਜਿਹੇ ਜਬਰ ਅਤੇ ਜ਼ੁਲਮ ਕਰਨ ਵਾਲੇ ਹਰਨਾਕਸ਼ ਦੇ ਘਰ ਪ੍ਰਹਿਲਾਦ ਪ੍ਰਭੂ ਭਗਤ ਪੈਦਾ ਹੋ ਗਿਆ। ਇਹ ਭਗਵਾਨ ਦੀ ਆਪਣੀ ਖੇਡ ਸੀ। 5 ਵਰ੍ਹਿਆਂ ਦਾ ਬਾਲਕ ਤੋਤਲੀਆਂ ਮਿੱਠੀਆਂ ਗੱਲਾਂ ਕਰਦਾ ਮਾਤਾ ਪਿਤਾ ਨੂੰ ਬਹੁਤ ਪਿਆਰਾ ਲੱਗਣ ਲੱਗਾ। ਕਹਿੰਦੇ ਨੇ ਚੇਤਨ ਬਾਲਕ ਇੱਕ ਦਿਨ ਬਾਹਰ ਗਿਆ। ਅਚਾਨਕ ਉਸਨੇ ਘੁਮਿਆਰਾਂ ਨੂੰ ਬਲਦੇ ਆਵੇ ਦੁਆਲੇ ਹੱਥ ਜੋੜੀ ਖਲੋਤੇ ਵੇਖਿਆ। ਪ੍ਰਹਿਲਾਦ ਨੇ ਘੁਮਿਆਰਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਗਲਤੀ ਨਾਲ ਬਿੱਲੀ ਦੇ ਬੱਚੇ, ਜਿਹੜੇ ਇੱਕ ਭਾਂਡੇ ਵਿੱਚ ਸਨ, ਆਵੇ ਵਿੱਚ ਰੱਖੇ ਗਏ ਹਨ ਅਤੇ ਅੱਗ ਦਿੱਤੀ ਜਾ ਚੁੱਕੀ ਹੈ। ਹੁਣ ਇਹਨਾਂ ਬੱਚਿਆਂ ਦੀ ਅੱਗ ਵਿੱਚ ਰਾਖੀ ਕੇਵਲ ਪ੍ਰਭੂ ਜੀ ਹੀ ਕਰ ਸਕਦੇ ਨੇ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ। ਪਰਮੇਸ਼ਰ ਸਭ ਕੁਝ ਕਰਨ ਕਾਰਨ ਨੂੰ ਸਮਰੱਥ ਹੈ। ਸੋ ਘੁਮਿਆਰਾਂ ਦੀਆਂ ਸੱਚੇ ਹਿਰਦੇ ਤੋਂ ਹੋਈਆਂ ਅਰਦਾਸਾਂ ਭਗਵਾਨ ਜੀ ਨੇ ਪ੍ਰਵਾਨ ਕੀਤੀਆਂ। ਬਿੱਲੀ ਦੇ ਬੱਚੇ, ਆਵੇ ਦੀ ਅੱਗ ਸ਼ਾਂਤ ਹੋਣ ਉਪਰੰਤ ਬਿਲਕੁਲ ਜਿਉਂਦੇ ਜਾਗਦੇ ਪ੍ਰਹਿਲਾਦ ਜੀ ਨੇ ਵੇਖੇ ਤਾਂ ਪੂਰਨ ਦ੍ਰਿੜ ਵਿਸ਼ਵਾਸ ਨਾਲ ਰਾਮ ਨਾਮ ਜਪਣਾ ਆਰੰਭ ਕਰ ਦਿੱਤਾ। ਮਾਤਾ ਦੇ ਗਰਭ ਸਮੇਂ ਹੀ ਨਾਰਦ ਜੀ ਤੋਂ ਗੁਰੂ ਦੀਖਿਆ ਦੀ ਪ੍ਰਾਪਤੀ ਪ੍ਰਹਿਲਾਦ ਕਰ ਚੁੱਕੇ ਸਨ। ਇਸ ਘਟਨਾ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਪ੍ਰਹਿਲਾਦ ਜੀ ਨੇ ਸੰਡੇ ਮਰ ਕੇ ਪਾਸ ਪੜਨ ਦਾ ਜਾਣਾ ਕੀਤਾ। ਸੋ ਸੰਡਾ ਦੈਂਤਾਂ ਦਾ ਇੱਕ ਪੁਰੋਹਿਤ, ਜੋ ਸ਼ੁਕਰ ਦਾ ਪੁੱਤਰ ਤੇ ਅਮਰਕ ਦਾ ਭਰਾ, ਇਹ ਦੋਨੋਂ ਬੜੇ ਕਪਟੀ ਸਨ। ਹਰਨਾਕਸ਼ ਨੇ ਇਹਨਾਂ ਦੋਨਾਂ ਨੂੰ ਪ੍ਰਹਿਲਾਦ ਜੀ ਨੂੰ ਪੜਾਉਣ ਲਈ ਮੁਕਰਰ ਕੀਤਾ, ਤਾਂ ਕਿ ਉਹ ਪ੍ਰਭੂ ਭਗਤੀ ਵੱਲੋਂ ਮੁੜ ਕੇ ਹਰਨਾਕਸ਼ ਦਾ ਨਾਮ ਜਪਣ ਲੱਗ ਪੈਣ। ਸੋ ਸੰਡੇ ਮਰਕੇ ਨੇ ਹਰਨਾਕਸ਼ ਦੇ ਹੁਕਮ ਦੀ ਪਾਲਣਾ ਕਰਦਿਆਂ ਪ੍ਰਹਿਲਾਦ ਜੀ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਕਿ ਜਗਤ ਦਾ ਮਾਲਕ ਹੋਰ ਕੋਈ ਨਹੀਂ, ਤੇਰਾ ਬਾਪ, ਤੇਰਾ ਪਿਤਾ ਹਰਨਾਕਸ਼ ਹੀ ਹੈ।
ਵਿਸ਼ਨੂੰ ਭਗਵਾਨ ਦੇ ਵਿਰੁੱਧ ਪ੍ਰਚਾਰ ਕਰਦੇ ਆਖਿਆ ਕਿ ਵਿਸ਼ਨੂੰ ਕਪਟੀ ਹੈ। ਉਸਨੇ ਖੀਰ ਸਮੁੰਦਰ ਵਿੱਚੋਂ ਪ੍ਰਾਪਤ ਹੋਏ ਰਤਨ ਆਪ ਰੱਖ ਲਏ, ਲక్ష్ਮੀ ਵੀ ਆਪ ਰੱਖ ਲਈ, ਸੰਖਾਸੁਰ ਦੈਤ ਨੂੰ ਮਾਰ ਦਿੱਤਾ, ਤੇਰੇ ਪਿਤਾ ਦੇ ਵੱਡੇ ਭਰਾ ਹਿਰਣਕਸ਼ਪ ਨੂੰ ਮਾਰ ਦਿੱਤਾ। ਇਸ ਕਰਕੇ ਤੂੰ ਵੀ ਭਗਵਾਨ ਦਾ ਸਿਮਰਨ ਛੱਡ ਕੇ ਆਪਣੇ ਪਿਤਾ ਦਾ ਨਾਮ ਜਪਣਾ ਸ਼ੁਰੂ ਕਰ ਦੇ, ਸਗੋਂ ਵਿਸ਼ਨੂੰ ਪਾਸੋਂ ਬਦਲਾ ਲੈ। ਪ੍ਰਹਿਲਾਦ ਜੀ ਨੇ ਜਦੋਂ ਸੰਡੇ ਮਰਕੇ ਪਾਸੋਂ ਇਹ ਬਚਨ ਸੁਣੇ ਤਾਂ ਬੜੇ ਧੀਰਜ ਨਾਲ ਉੱਤਰ ਦਿੱਤਾ ਕਿ ਸਮੁੰਦਰ ਨੂੰ ਰਿੜਕਣ ਦਾ ਕਾਰਨ ਸੀ ਕਿ ਉਸ ਨੂੰ ਰਤਨ ਪ੍ਰਾਪਤ ਕਰਕੇ ਹੰਕਾਰ ਹੋ ਗਿਆ, ਜਿਸ ਕਾਰਨ ਭਗਵਾਨ ਜੀ ਨੇ ਸਮੁੰਦਰ ਰਿੜਕ ਕੇ ਸਭ ਕੁਝ ਕੱਢ ਲਿਆ। ਸੰਖਾਸੁਰ ਦੈਂਤ ਸ਼ਰੂਤੀਆਂ ਨੂੰ ਚੋਰੀ ਕਰਕੇ ਭ੍ਰਸ਼ਟ ਕਰਨ ਲੱਗਾ ਸੀ। ਮੇਰੇ ਪਿਤਾ ਦੇ ਭਰਾ ਨੇ ਪ੍ਰਿਥਵੀ ਨੂੰ ਦੁੱਖ ਦਿੱਤਾ ਸੀ, ਜਿਸ ਕਾਰਨ ਭਗਵਾਨ ਜੀ ਨੇ ਉਸ ਨੂੰ ਮਾਰਿਆ। ਬਾਕੀ ਬਦਲਾ ਲੈਣ ਬਾਬਤ ਮੈਨੂੰ ਭਿਤਰੇਹੋ ਸ਼ਾਸਤਰ ਅਨੁਸਾਰ ਸੂਝ ਹੈ ਕਿ ਪਿਤਾ ਦੀ ਪੁੱਠੀ ਮੱਤ ਧਾਰਨ ਕਰਕੇ ਜਿਹੜਾ ਬਾਲਕ ਮੰਦੇ ਕੰਮ ਕਰਦਾ ਹੈ ਉਹ ਆਪੋ ਆਪਣੇ ਦੋਨੋਂ ਲੋਕ ਗਵਾ ਲੈਂਦਾ ਹੈ। ਸੋ ਮੈਂ ਤੁਹਾਡੇ ਆਖੇ ਲਾਕੇ ਪੁੱਠੀ ਮੱਤ ਬਿਲਕੁਲ ਧਾਰਨ ਨਹੀਂ ਕਰਨੀ। ਸਰੀਰ ਨਾਸ਼ਵਾਨ ਹੈ, ਇਸ ਦੇ ਨਸ਼ਟ ਹੋ ਜਾਣ ਦੀ ਮੈਨੂੰ ਬਿਲਕੁਲ ਪਰਵਾਹ ਨਹੀਂ। ਸੰਤਾਂ ਭਗਤਾਂ ਵਾਸਤੇ ਕੇਵਲ ਰਾਮ ਨਾਮ ਦਾ ਆਸਰਾ ਹੈ। ਉਹ ਮੂਰਖ ਹੈ ਜਿਹੜਾ ਸਰੀਰ ਨਾਲ ਹਿਤ ਕਰਕੇ ਸ਼ੁਭ ਕਰਮਾਂ ਦਾ ਤਿਆਗ ਕਰ ਦਿੰਦਾ ਹੈ। ਸੰਡੇ ਮਰਕੇ ਨੇ ਪ੍ਰਹਿਲਾਦ ਦੇ ਸਾਰੇ ਬਚਨ ਸੁਣੇ। ਜਦੋਂ ਸੰਡਾ ਮਰਕਾ ਕਿਧਰੇ ਚਲਾ ਜਾਂਦਾ ਸੀ ਤਾਂ ਪ੍ਰਹਿਲਾਦ ਆਪ ਵੀ ਅਤੇ ਸਾਥੀ ਵਿਦਿਆਰਥੀਆਂ ਨੂੰ ਵੀ ਹਰਣਾਕਸ਼ ਦੀ ਥਾਂ ਰਾਮ ਨਾਮ ਦਾ ਜਾਪ ਕਰਵਾਉਂਦਾ ਸੀ। ਸੰਡਾ ਮਰਕਾ ਬਾਰ-ਬਾਰ ਪ੍ਰਹਿਲਾਦ ਨੂੰ ਤੰਗ ਕਰਦੇ। ਭਗਤ ਪ੍ਰਹਿਲਾਦ ਜੀ ਸੰਡਾ ਮਰਕਾ ਨੂੰ ਜੋ ਜਵਾਬ ਦਿੰਦੇ ਸਨ ਉਹ ਸਾਰੇ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਰਚਨ ਕਰਕੇ ਬੜਾ ਸੁੰਦਰ ਫਰਮਾਇਆ ਹੈ ਕਿ ਪ੍ਰਹਿਲਾਦ ਪਠਾਏ ਪੜਨ ਸਾਲ, ਸੰਗ ਸਖਾ ਬਹੁ ਲੀਏ ਬਾਲ, ਮੋਕੋ ਕਹਾਂ ਪੜਾਵ ਸਿਆਲ ਜਾਲ, ਮੇਰੀ ਪਟਿਆ ਲਿਖਦੇ ਹੋ ਸ਼੍ਰੀ ਗੋਪਾਲ। ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਓ। ਸੰਡਾ ਮਰਕੈ ਕਹਿਓ ਜਾਏ, ਪ੍ਰਹਿਲਾਦ ਬੁਲਾਏ ਬੇਗ ਧਾਏ, ਤੂੰ ਰਾਮ ਕਹਿਨ ਕੀ ਛੋੜ ਬਾਨ, ਤੁਝ ਤੁਰਤ ਛਡਾਊ ਮੇਰੋ ਕਹਿਓ ਮਾਨ। ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭ ਜਾਲ ਥਲ ਗਿਰ ਕੀਏ ਪਹਾੜ, ਇਕ ਰਾਮ ਨਾ ਛੋਡੋ ਗੁਨਹਗਾਰ, ਮੈਂ ਕੋ ਮੋਕੋ ਕਾਲ ਜਾਰ ਭਾਵੇਂ ਮਾਰ ਡਾਰ। ਕਾਢ ਖੜਕ ਕੋਪਿਓ ਰਸਾਏ, ਤੁਝ ਰਾਖਣ ਹਾਰੋ ਮੋਹਿ ਬਤਾਏ, ਪ੍ਰਭ ਥੰਬ ਤੇ ਨਿਕਸ ਕਹਿ ਵਿਸਥਾਰ, ਹਰਨਾਕਸ ਛੇਦਿਓ ਨਖ ਬਿਦਾਰ। ਪ੍ਰਭ ਥੰਬ ਤੇ ਨਿਕਸੇ ਕਹਿ ਵਿਸਥਾਰ, ਹਰਨਾਕਸ ਛੇਦਿਓ ਨਖ ਬਿਦਾਰ। ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰ ਸੰਗ ਭੇਵ, ਕਹਿ ਕਬੀਰ ਕੋ ਲਖੈ ਨ ਪਾਰ, ਪ੍ਰਹਿਲਾਦ ਉਧਾਰੇ ਅਨਕ ਬਾਰ। ਅੰਤ ਸੰਡੇ ਮਰਕੇ ਨੇ ਹਰਣਾਕਸ਼ ਪਾਸ ਸ਼ਿਕਾਇਤ ਕਰ ਦਿੱਤੀ ਕਿ ਆਪ ਦਾ ਪੁੱਤਰ ਪ੍ਰਹਿਲਾਦ ਹੀ ਰਾਮ ਨਾਮ ਜਪਣੋਂ ਨਹੀਂ ਹਟਦਾ। ਪ੍ਰਹਿਲਾਦ ਨੂੰ ਸਦਕੇ ਕਾਫੀ ਸਮਝਾਇਆ ਪਰ ਉਹ ਰਾਮ ਨਾਮ ਜਪਣੋਂ ਨਾ ਹਟਿਆ। ਹਰਣਾਕਸ਼ ਨੇ ਕ੍ਰੋਧਵਸ ਹੋ ਕੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਨ ਦੀ ਮਨ ਵਿੱਚ ਠਾਣ ਲਈ। ਰਾਖਸ਼ਾਂ ਪਾਸੋਂ ਪ੍ਰਹਿਲਾਦ ਜੀ ਨੂੰ ਪਹਾੜ ਦੀ ਚੋਟੀ ਤੋਂ ਥੱਲੇ ਸੁਟਵਾਇਆ, ਪਰ ਪ੍ਰਹਿਲਾਦ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ। ਖੂਨੀ ਹਾਥੀ ਮੂਹਰੇ ਸੁਟਵਾਇਆ, ਪਰ ਹਾਥੀ ਵੀ ਪ੍ਰਹਿਲਾਦ ਜੀ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ। ਪ੍ਰਹਿਲਾਦ ਜੀ ਨੂੰ ਬੰਨ੍ਹ ਕੇ ਸਮੁੰਦਰ ਵਿੱਚ ਸੁੱਟਿਆ, ਪਰ ਮੁਰਗਾਬੀ ਵਾਂਗੂ ਜਲ ਤੋਂ ਨਿਰਲੇਪ ਰਿਹਾ। ਧਰਤੀ ਵਿੱਚ ਗੱਡਿਆ, ਧਰਤੀ ਫਟ ਗਈ। ਪ੍ਰਹਿਲਾਦ ਦੀ ਭੂਆ ਹੋਲਕਾ, ਜਿਸਨੇ ਸ਼ਿਵ ਪਾਸੋਂ ਇਹ ਵਰ ਲਿਆ ਸੀ ਕਿ ਜਦੋਂ ਉਹ ਇੱਕ ਖਾਸ ਕੱਪੜੇ ਨੂੰ ਓੜ ਲਵੇਗੀ ਤਦ ਅੱਗ ਵਿੱਚ ਨਾ ਸੜੇਗੀ, ਇਸ ਵਰ ਪ੍ਰਾਪਤੀ ਕਾਰਨ ਹੋਲਕਾ ਪ੍ਰਹਿਲਾਦ ਨੂੰ ਗੋਦ ਵਿੱਚ ਲੈ ਕੇ ਲੱਕੜੀਆਂ ਦੇ ਢੇਰ ਤੇ ਬੈਠ ਗਈ। ਅੱਗ ਤੇਜ਼ ਬਲ ਰਹੀ ਸੀ। ਪ੍ਰਭੂ ਕਿਰਪਾ ਨਾਲ ਤੇਜ਼ ਹਨੇਰੀ ਚੱਲੀ। ਹੋਲਕਾ ਦੇ ਸਿਰ ਤੋਂ ਉਹ ਵਰ ਵਾਲਾ ਕੱਪੜਾ ਉੱਡ ਗਿਆ ਅਤੇ ਪ੍ਰਹਿਲਾਦ ਜੀ ਦੇ ਉੱਤੇ ਪੈ ਗਿਆ, ਜਿਸ ਕਾਰਨ ਪ੍ਰਹਿਲਾਦ ਜੀ ਢੱਕੇ ਗਏ। ਹੋਲਕਾ ਤਾਂ ਅੱਗ ਵਿੱਚ ਸੜ ਗਈ, ਪਰ ਪ੍ਰਹਿਲਾਦ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ। ਇਵੇਂ ਹੀ ਹਰਣਾਕਸ਼ ਵੱਲੋਂ ਪ੍ਰਹਿਲਾਦ ਜੀ ਨੂੰ ਮਾਰਨ ਦੇ ਕਈ ਯਤਨ ਕੀਤੇ ਗਏ, ਪਰ ਪ੍ਰਭੂ ਜੀ ਨੇ ਭਗਤ ਦੀ ਅੰਗ ਸੰਗ ਰਾਖੀ ਕੀਤੀ। ਕ੍ਰੋਧਵਸ ਹੋਏ ਨੇ ਥੰਮ ਦਿੱਤਾ ਕਰਵਾਇਆ। ਪ੍ਰਹਿਲਾਦ ਨੂੰ ਥੰਮ ਨਾਲ ਜੱਫੀ ਪਵਾਈ, ਥੰਮ ਠੰਡਾ ਹੋ ਗਿਆ। ਸਭ ਕੁਝ ਵੇਖ ਕੇ ਵੀ ਕਠੋਰ ਹਰਣਾਕਸ਼ ਦਾ ਹਿਰਦਾ ਨਾ ਪਸੀਜਿਆ। ਤਲਵਾਰ ਕੱਢ ਕੇ ਪ੍ਰਹਿਲਾਦ ਜੀ ਨੂੰ ਮਾਰਨਾ ਚਾਹਿਆ, ਤਦ ਥੰਮ ਵਿੱਚੋਂ ਨਰਸਿੰਘ ਰੂਪ ਧਾਰ ਕੇ ਭਗਵਾਨ ਜੀ ਪ੍ਰਗਟ ਹੋਏ।
ਕਾਫੀ ਸਮਾਂ ਭਗਵਾਨ ਅਤੇ ਹਰਨਾਕਸ਼ ਦੀ ਆਪਸੀ ਲੜਾਈ ਹੋਈ। ਅੰਤ ਸ਼ਾਮ ਦੇ ਵੇਲੇ ਜਦੋਂ ਸੂਰਜ ਅੱਧਾ ਅੰਦਰ ਤੇ ਅੱਧਾ ਬਾਹਰ ਸੀ, ਨਰਸਿੰਘ ਜੀ ਨੇ ਹਰਨਾਕਸ਼ ਨੂੰ ਕੇਸਾਂ ਤੋਂ ਫੜ ਕੇ ਦੁਆਰੇ ਭਾਵ ਸਰਦਲ ਤੇ ਬੈਠ ਕੇ ਆਪਣੇ ਪੱਟਾਂ ਤੇ ਲਟਾ ਲਿਆ। ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਆਪਣੀਆਂ ਨਹੁੰਆਂ ਨਾਲ ਉਸ ਦਾ ਢਿੱਡ ਪਾੜ ਕੇ ਮਾਰ ਦਿੱਤਾ। ਭਗਵਾਨ ਜੀ ਦੇ ਭਿਆਨਕ ਸਰੂਪ ਨੂੰ ਵੇਖ ਕੇ ਸਭ ਦੇਵਤੇ ਅਤੇ ਲక్ష్ਮੀ ਭੈਭੀਤ ਹੋ ਗਏ। ਅੰਤ ਪ੍ਰਹਿਲਾਦ ਜੀ ਨੇ ਬੇਨਤੀ ਕੀਤੀ, ਤਦ ਸ਼ਾਂਤ ਸਰੂਪ ਵਿੱਚ ਦਰਸ਼ਨ ਦਿੱਤੇ ਅਤੇ ਭਗਤ ਪ੍ਰਹਿਲਾਦ ਦੀ ਰੱਖਿਆ ਪਿੱਛੋਂ ਭਗਵਾਨ ਜੀ ਅਲੋਪ ਹੋ ਗਏ। ਭਗਤ ਜੀ ਪ੍ਰਭੂ ਜੀ ਦੀ ਉਸਤਤ ਕਰਨ ਲੱਗ ਪਏ। ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪੁਰਾਣਕ ਕਥਾ ਅਨੁਸਾਰ ਗੁਰੂ ਸਾਹਿਬ ਜੀ ਨੇ ਪ੍ਰਸੰਗ ਦੇ ਕੇ ਦੱਸਿਆ ਹੈ ਕਿ ਭਗਵਾਨ ਜੀ ਆਪ ਭਗਤਾਂ ਦੀ ਪੈਜ ਰੱਖਦੇ ਹਨ। ਕਥਾ ਦੇ ਹਵਾਲੇ ਵਿੱਚ ਕੋਈ ਫਰਕ ਨਹੀਂ ਪਾਇਆ। ਪਿਤਾ ਪ੍ਰਹਿਲਾਦ ਸਿਉ ਗੁਰਜ ਉਠਾਈ, ਕਹਾਂ ਤੁਮਾਰਾ ਜਗਦੀਸ਼ ਗੁਸਾਈ। पिता प्रहलाद स्यों गुरज उठाई, कहाँ तुम्हारा जगदीश गुसाई। जग जीवन दाता अंत सखाई, जै देखा तै रहा समाई। थम उपाड़ हर आप दिखाया, अहंकारी दैंत मार पचाया। भगता मन आनंद वजी वाधाई, अपने सेवक को दे वडियाई। जम्मन मरना मोह उपाया, आवन जाना करता लिख पाया। प्रहलाद कै कारज हर आप दिखाया, भगतां का बोल आगे आया। देवकुली लक्ष्मी को करें जयकार, माता नरसिंह का रूप निवार। लक्ष्मी भौ करे न साकै जाए, प्रहलाद जन चरणी लागा आए। सतगुर नाम निधान दृढ़ाया, राज माल झूठी सब माया। लोभी नर रहे लपटाए, हर के नाम बिन दरगह मिलै सजाए। कह नानक सब को करे कराया, से प्रवान जिनी हर्षों चितलाया। भगतां का अंगीकार करदा आया, करता अपना रूप दिखाया। गुरु अमरदास जी ने पुराणक साखी दी कथा दा प्रमाण दे के स्पष्ट कीता है कि ਕਰਤਾ ਪੁਰਖ ਵਾਹਿਗੁਰੂ ਜੀ ਸਦਾ ਤੋਂ ਭਗਤਾਂ ਦੀ ਰੱਖਿਆ ਕਰਦੇ ਆਏ ਹਨ ਅਤੇ ਪ੍ਰੇਮਾ ਭਗਤੀ ਕਰਨ ਵਾਲਿਆਂ ਦਾ ਅੰਗੀਕਾਰ ਕਰਨਹਾਰ, ਸਰਬ ਵਿਆਪਕ, ਸਰਬ ਸ਼ਕਤੀਮਾਨ, ਗੁਪਤ ਪ੍ਰਗਟ ਅਕਾਲ ਪੁਰਖ ਜੀ ਹੀ ਹਨ। ਸੋ ਪ੍ਰਹਿਲਾਦ ਰੱਖੀ ਹਰ ਪੈਜ ਆਪ। ਜਿਵੇਂ ਵਾਹਿਗੁਰੂ ਜੀ ਨੇ ਆਪਣੇ ਭਗਤ ਪ੍ਰਹਿਲਾਦ ਦੀ ਪੈਜ ਰੱਖੀ, ਮੇਰੇ ਮਨ ਤੂੰ ਅਠੇ ਪਹਿਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰ। ਭਗਤ ਵਸ਼ਲ ਸਰਬ ਵਿਆਪਕ ਅਕਾਲ ਪੁਰਖ ਜੀ ਆਪ ਤੇਰੀ ਰੱਖਿਆ ਕਰਨਗੇ, ਤੂੰ ਪਰਮ ਧਾਮ ਪ੍ਰਾਪਤ ਕਰੇਗਾ। ਵੇਦ ਸ਼ਾਸਤਰਾਂ ਸਿਮਰਤੀਆਂ ਦੇ ਹਵਾਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਸਤਯੁਗ ਵਿੱਚ ਵਿਸ਼ਨੂੰ ਜੀ ਦੀ ਉਪਾਸਨਾ ਪ੍ਰਚਲਿਤ ਸੀ, ਪਰ ਗੁਰਮਤ ਨੇ ਪੂਰਨ ਰੂਪ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਜਗਤ ਦੇ ਕਰਤਾ ਇੱਕ ਅਕਾਲ ਪੁਰਖ ਜੀ ਹਨ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਗੁਰੂ ਸਾਹਿਬ ਜੀ ਦੀ ਮਿਹਰ ਦੁਆਰਾ ਕੇਵਲ ਪੂਜਾ ਅਕਾਲ ਪੁਰਖ ਜੀ ਦੀ ਹੀ ਕਰਨੀ ਹੈ ਔਰ ਅਕਾਲ ਪੁਰਖ ਦੀ ਪੂਜਾ ਕਰਕੇ ਆਪਣੀ ਸੁਰਤ ਨੂੰ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੋੜ ਕੇ ਪ੍ਰੇਮਾ ਭਗਤੀ ਵਿੱਚ ਪੈ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਲੀਨ ਕਰਨ ਦਾ ਯਤਨ ਕਰਨਾ ਹੈ।